ਹੈਲੋ ਜੀ, ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਨਾਲ ਹੀ ਤੁਹਾਡਾ ਵੈਲਕਮ ਕਰਦੀ ਹਾਂ, ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਸਟਾਕ ਮਾਰਕੀਟ ਐਜੂਕੇਸ਼ਨ ਵੀਡੀਓਜ਼ ਦੇ ਉੱਤੇ। ਤੇ ਅੱਜ ਆਪਾਂ ਗੱਲ ਕਰਦੇ ਹਾਂ ਐਮਾਜ਼ੋਨ ਦੀ। ਐਮਾਜ਼ੋਨ ਜਿਵੇਂ ਤੁਹਾਨੂੰ ਪਤਾ ਹੀ ਹੈ ਕਿੰਨੀ ਪਪੂਲਰ ਕੰਪਨੀ ਹੈ ਐਂਡ ਆਮ ਸ਼ੋਰ ਤੁਸੀਂ ਸਾਰਿਆਂ ਨੇ ਇਸ ਦੀਆਂ ਸਰਵਿਸਿਜ਼ ਨੂੰ ਕਿਤੇ ਨਾ ਕਿਤੇ ਯੂਜ਼ ਕੀਤਾ ਹੈ, ਪਰ ਭਾਵੇਂ ਉਹ ਐਮਾਜ਼ੋਨ ਪ੍ਰਾਈਮ ਦੀ ਸਬਸਕ੍ਰਿਪਸ਼ਨ ਹੋਏ, ਭਾਵੇਂ ਆਨਲਾਈਨ ਸ਼ਾਪਿੰਗ ਹੋਏ, ਭਾਵੇਂ ਕਿਸੇ ਕੰਪਨੀ ਨਾਲ ਤੁਸੀਂ ਕੰਮ ਕਰਦੇ ਹੋ, ਉਹ ਕੰਪਨੀ ਨੇ ਇਸ ਦੀਆਂ ਵੈਬ ਸਰਵਿਸਿਜ਼ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਹੋਏ। ਸੋ ਕਿਤੇ ਨਾ ਕਿਤੇ ਆਪਾਂ ਰਿਲੇਟਡ ਹਾਂ ਐਮਾਜ਼ੋਨ ਨੂੰ, ਬਿਕੋਜ਼ ਆਪਾਂ ਇਸ ਦੀ ਸਰਵਿਸਿਜ਼ ਨੂੰ ਯੂਜ਼ ਕੀਤਾ ਹੋਏਗਾ ਤੇ ਆਪਣੇ ਇਹਦੇ ਉੱਤੇ ਅਕਾਊਂਟ ਵੀ ਬਣਾਇਆ ਹੋਏਗਾ। ਮੇਰਾ ਤੇ ਹੈ, ਮੈਨੂੰ ਪਤਾ ਹੈ ਕਿ ਮੈਂ ਤੇ ਮੇਰਾ ਬੇਟਾ ਵੀ ਕਈ ਵਾਰੀ ਸ਼ਾਪਿੰਗ ਕਰਦੇ ਹਾਂ ਐਮਾਜ਼ੋਨ ਤੋਂ। ਸੋ ਅਕਾਊਂਟ ਤੇ ਮੈਂ ਦੇਖਿਆ ਮੋਸਟਲੀ ਮੇਰੇ ਆਸ-ਪਾਸ ਸਾਰਿਆਂ ਦਾ ਹੀ ਹੈ, ਸੋ ਸਾਰਿਆਂ ਨੂੰ ਐਮਾਜ਼ੋਨ ਦਾ ਪਤਾ ਹੈ। ਸੋ ਲੈਟਸ ਸੀ ਅੱਗੇ ਇਹਦੇ ਵਿੱਚ ਕੀ ਕੁਝ ਹੈ। ਸਭ ਤੋਂ ਪਹਿਲਾਂ ਅਗਰ ਮੈਂ ਪ੍ਰੋਫਾਈਲ ਚੈੱਕ ਕਰਾਂ ਤਾਂ ਇਹ ਸੀਐਟਲ ਬੇਸਡ ਕੰਪਨੀ ਹੈ ਯੂਐਸ ਦੇ ਵਿੱਚ। ਜਿਸ ਤਰ੍ਹਾਂ ਆਪਾਂ ਯੂਐਸ ਮਾਰਕੀਟ ਨੂੰ ਹੀ ਐਨਾਲਾਈਜ਼ ਕਰਦੇ ਹਾਂ, ਸੋ ਮੋਸਟਲੀ ਕੰਪਨੀਆਂ ਦੇ ਹੈੱਡ ਆਫਿਸਿਸ ਜੋ ਹਨ ਉਹ ਯੂਐਸ ਦੇ ਵਿੱਚ ਹੀ ਮਿਲਣਗੇ, ਬਟ ਮੈਂ ਸਟਿਲ ਸੋਚਿਆ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਸੀਐਟਲ ਦੇ ਵਿੱਚ ਇਸ ਦਾ ਹੈੱਡ ਆਫਿਸ ਹੈ। ਅਗਰ ਮੈਂ ਸੈਕਟਰ ਚੈੱਕ ਕਰਾਂ, ਕੰਜ਼ਿਊਮਰ ਸਿਲਿਕਲ ਇਹਦਾ ਸੈਕਟਰ ਹੈ, ਇੰਡਸਟਰੀ ਹੈ ਇੰਟਰਨੈਟ, ਰਿਟੇਲ, ਆਨਲਾਈਨ ਸ਼ਾਪਿੰਗ ਜਿਸ ਨੂੰ ਕਹਿ ਸਕਦੇ ਹੋ, ਇੰਪਲੋਈਜ਼ ਤਾਂ ਦੇਖੋ ਇਸ ਦੇ 1 ਮਿਲੀਅਨ ਪਲੱਸ ਹਨ ਜਿਹੜੇ ਕਿ ਫੁੱਲ ਟਾਈਮ ਹਨ। ਇਸ ਤੋਂ ਇਲਾਵਾ ਕੰਟਰੈਕਟਰਸ, ਕੈਜੂਅਲ, ਪਾਰਟ ਟਾਈਮਰਸ ਬਥੇਰੇ ਹੀ ਹੋਣਗੇ। ਸੋ ਇਸ ਤੋਂ ਹੀ ਪਤਾ ਚੱਲਦਾ ਕੰਪਨੀ ਕਿੰਨੀ ਵੱਡੀ ਹੈ। ਤੇ ਇਸ ਦਾ ਮੇਨ ਸੋਰਸ ਆਫ ਇਨਕਮ ਹੈ ਜੋ ਆਨਲਾਈਨ ਤੁਸੀਂ ਸ਼ਾਪਿੰਗ ਕਰਦੇ ਹੋ, ਇਸ ਦਾ ਪਲੇਟਫਾਰਮ ਯੂਜ਼ ਕਰਦੇ ਹੋ ਤੇ ਜਾਂ ਹੋਰ ਸਰਵਿਸਿਜ਼, ਤੇ ਨਾਲ ਹੀ ਇਹਦਾ ਕਲਾਊਡ ਸਰਵਿਸਿਜ਼ ਜੋ ਕੰਪਨੀਜ਼ ਯੂਜ਼ ਕਰਦੀਆਂ ਹਨ ਉਸ ਤੋਂ ਇਸ ਦੀ ਇਨਕਮ ਹੁੰਦੀ ਹੈ। ਇਸ ਦੇ ਸੈਗਮੈਂਟ ਦੀ ਗੱਲ ਕਰੀਏ ਤਾਂ ਇਸ ਦਾ ਇੱਕ ਨਾਰਥ ਅਮਰੀਕਾ ਦਾ ਸੈਗਮੈਂਟ ਹੈ, ਇੱਕ ਇੰਟਰਨੈਸ਼ਨਲ ਹੈ ਜਿਹਦੇ ਵਿੱਚ ਆਨਲਾਈਨ ਸ਼ਾਪਿੰਗ ਹੁੰਦੀ ਹੈ, ਤੇ ਉਸ ਤੋਂ ਬਾਅਦ ਹੈ ਐਮਾਜ਼ੋਨ ਵੈਬ ਸਰਵਿਸਿਜ਼ ਹਨ ਜਿਹੜੀ ਕਲਾਊਡ ਸਰਵਿਸਿਜ਼ ਦੇ ਪ੍ਰੋਵਾਈਡ ਕਰਵਾਉਂਦੇ ਹਨ ਬਿਜ਼ਨੈਸਿਸ ਨੂੰ। ਸੋ ਇਸ ਦੇ ਇਹ ਸੈਗਮੈਂਟਸ ਹਨ। ਇਸ ਤੋਂ ਇਲਾਵਾ ਬਹੁਤ ਅਗਰ ਡਿਟੇਲ ਵਿੱਚ ਮੈਂ ਇਹਨਾਂ ਨੂੰ ਡਿਸਕਸ ਕਰਾਂ ਤਾਂ ਬਹੁਤ ਕੁਛ ਹੈ, ਬਹੁਤ ਛੋਟੀਆਂ ਵੱਡੀਆਂ ਸਰਵਿਸਿਜ਼ ਇਹ ਪ੍ਰੋਵਾਈਡ ਕਰਵਾਉਂਦਾ ਹੈ। ਕਾਫੀ ਪਾਸੇ ਇਸ ਨੇ ਹੱਥ ਆਪਣਾ ਪਾਇਆ ਹੋਇਆ ਹੈ। ਸੋ ਕੰਪਨੀ ਬਹੁਤ ਇਸ ਦੇ ਜੋ ਫੰਡਾਮੈਂਟਲਸ ਹਨ ਕਾਫੀ ਜ਼ਿਆਦਾ ਸਟਰੋਂਗ ਹਨ, ਕਾਫੀ ਇਹਦੀ ਫਾਊਂਡੇਸ਼ਨ ਹੈ ਜੋ ਸਟਰੋਂਗ ਹੈ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਡੇਟਾ ਪੁਆਇੰਟਸ ਵੀ, ਇਹ ਮੈਂ ਇੱਕ ਦਿਨ ਪਹਿਲਾਂ ਦੇ ਡੇਟਾ ਪੁਆਇੰਟਸ ਲਏ ਹੋਏ ਹਨ ਬਿਕੋਜ਼ ਮੈਂ ਪਹਿਲੇ ਵੀਡੀਓ ਕੱਲ੍ਹ ਬਣਾਉਣੀ ਸੀ, ਕਿਸੇ ਕਾਰਨਾਂ ਕਰਕੇ ਮੈਂ ਨਹੀਂ ਬਣਾ ਪਾਈ। ਸੋ ਮੈਂ ਨੰਬਰਸ ਨੂੰ ਉਹਨਾਂ ਨੂੰ ਹੀ ਰੱਖਿਆ ਜਿਹਦੇ ਵਿੱਚ ਇਹਨਾਂ ਨੇ ਪ੍ਰੀਵੀਅਸ ਕਲੋਜ਼ ਦਿਖਾਇਆ ਸੀ $143.56 ਦਾ, ਓਪਨ ਇਹ ਹੋਇਆ ਸੀ $142.08 ਦੇ ਉੱਤੇ, ਤੇ ਕੱਲ੍ਹ ਇਹਦੀ ਰੇਂਜ ਗਈ ਸੀ 140 ਤੋਂ ਲੈ ਕੇ 143 ਤੱਕ ਅਬਾਊਟ। ਤੇ ਅਗਰ ਮੈਂ 2 ਵੀਕਸ ਦੀ ਇਹਦੀ ਰੇਂਜ ਦੇਖਾਂ ਤਾਂ ਇਹ 80 ਦਾ ਇਸਨੇ ਲੋ ਲਗਾਇਆ ਸੀ, 81 ਕੁਛ ਦਾ। ਉਸ ਤੋਂ ਬਾਅਦ ਇਹ ਹੁਣ 145 ਤੱਕ ਅੱਜ ਆਇਆ ਹੋਇਆ ਸੀਗਾ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸਨੇ ਗਰੋ ਕੀਤਾ ਹੈ ਇਸ ਸਾਲ ਦੇ ਵਿੱਚ, ਇਹਨਾਂ 10 ਮਹੀਨਿਆਂ ਦੇ ਵਿੱਚ। ਤੇ ਕੱਲ੍ਹ ਇਹਦਾ ਵੋਲਿਊਮ ਕੁਛ ਜ਼ਿਆਦਾ ਨਹੀਂ ਸੀਗਾ ਬਿਕੋਜ਼ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਐਕਟੀਵਿਟੀ ਨਹੀਂ ਸੀਗੀ, ਥੋੜ੍ਹਾ ਜਿਹਾ ਇਸ ਟਾਈਮ ਸਲੋ ਚੱਲ ਰਿਹਾ ਹੈ। ਇਹ ਮਾਰਕੀਟ ਜੋ ਕੈਪ ਹੈ $1.474 ਟ੍ਰਿਲੀਅਨ ਹੈ, ਇਸ ਦਾ ਬੀਟਾ ਹੈ 1.17। ਤੁਸੀਂ ਦੇਖ ਸਕਦੇ ਹੋ ਮਾਰਕੀਟ ਤੋਂ ਬਹੁਤ ਜ਼ਿਆਦਾ ਫਲਕਚੁਏਟ ਨਹੀਂ ਕਰਦਾ, ਮਾਰਕੀਟ ਦੇ ਨਾਲ ਹੀ ਚੱਲਦਾ। ਜਿਸ ਤਰ੍ਹਾਂ ਮਾਰਕੀਟ ਮੂਵ ਕਰਦੀ ਹੈ ਉਸ ਤੋਂ ਥੋੜ੍ਹਾ ਬਹੁਤ ਉੱਤੇ ਨੀਚੇ ਹੁੰਦਾ ਹੈ, ਅਦਰਵਾਈਜ਼ ਸੇਮ ਐਜ਼ ਮਾਰਕੀਟ ਹੀ ਮੂਵਮੈਂਟ ਹੁੰਦੀ ਹੈ ਇਹਦੇ ਵਿੱਚ। PE ਰੇਸ਼ੋ ਮੈਂ ਗੱਲ ਕਰਾਂ 74.65, EPS ਇਹਦੀ ਹੈ 1.91। अर्निंग डेट्स ਇਹਦੀਆਂ ਹਨ ਜਨਵਰੀ ਦੇ ਵਿੱਚ ਜਾ ਕੇ, ਐਂਡ ਆਫ ਜਨਵਰੀ, ਫੈਬਰਰੀ ਤੋਂ ਫਸਟ ਵੀਕ ਆਫ ਫੈਬਰਰੀ ਤੁਸੀਂ ਕਹਿ ਸਕਦੇ ਹੋ 2024 ਦੇ ਵਿੱਚ ਇਹਦੀਆਂ ਅਰਨਿੰਗਸ ਆਉਣਗੀਆਂ। ਜੋ ਐਨਾਲਿਸਟ ਨੇ ਟਾਰਗੇਟ ਦਿੱਤਾ ਇੱਕ ਸਾਲ ਦਾ $172.83 ਦਿੱਤਾ, ਜਿਹੜਾ ਕਿ ਅਚੀਵੇਬਲ ਹੈ। ਇਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਬਿਕੋਜ਼ ਕੰਪਨੀ ਦਾ ਬਿਜ਼ਨਸ ਓਵਰਆਲ ਬਹੁਤ ਅੱਛਾ ਕਰ ਰਿਹਾ ਹੈ। ਅਗਰ ਆਪਾਂ ਇਸ ਚਾਰਟ ਵੱਲ ਨਿਗਾਹ ਮਾਰੀਏ ਤਾਂ ਦੇਖੋ ਤੁਸੀਂ ਇਹ ਚਾਰਟ ਦੇ ਵਿੱਚ ਦਿਖਾ ਰਿਹਾ ਇਸ ਸਾਲ ਦਾ ਜਨਵਰੀ ਤੋਂ ਲੈ ਕੇ ਹੁਣ ਤੱਕ ਜੋ ਇਹਦਾ ਗੇਨ ਰਿਹਾ 70% ਇਸ ਸਟਾਕ ਨੇ ਗੇਨ ਕੀਤਾ ਹੈ, ਜਿਹੜਾ ਕਿ ਬਹੁਤ ਹੀ ਵਧੀਆ ਗੇਨ ਹੈ। ਇਸ ਤੋਂ ਪਹਿਲੇ ਅਗਰ ਮੈਂ ਗੱਲ ਕਰਾਂ 2021-22 ਦੀ 22 ਤੱਕ, ਇਸ ਦੀ ਜੋ ਪ੍ਰਾਈਸ ਚੱਲ ਰਹੀ ਸੀ 3000 ਦੇ ਕਰੀਬ ਚੱਲ ਰਹੀ ਸੀ ਇੱਕ ਸ਼ੇਅਰ ਦੀ, $3000 ਦੇ ਕਰੀਬ ਦਾ ਇਹਦਾ ਇੱਕ ਸ਼ੇਅਰ ਸੀਗਾ। ਪਰ ਇਹਨਾਂ ਨੇ ਕੀ ਕੀਤਾ ਸੀ, ਇੱਕ ਦੇ 20 ਸ਼ੇਅਰ ਬਣਾ ਦਿੱਤੇ ਸੀਗੇ। ਉਹਦੇ ਡਿਟੇਲ 'ਚ ਗੱਲ ਕਰਾਂਗੇ ਸਪਲਿਟ ਸ਼ੇਅਰ ਕੀ ਹੁੰਦਾ ਹੈ, ਕੰਪਨੀਜ਼ ਕਿਉਂ ਕਰਦੀਆਂ ਹਨ,
बट हुण इन्ना ही समझ लो कि Amazon ने स्प्लिट किया सी, इसने 1 ਦੇ 20 शेयर्स दिते सीगे, सो अफोर्डेबल हो गया सी मोस्टली साडे वर्गे जो छोटे रिटेल इन्वेस्टर्स हैं उन्होंने वास्ते बाय करना, बिकॉज कंपनी दे फंडामेंटल्स जो बहुत अच्छे हैं, कंपनी दी फ्यूचर जो ग्रोथ भी बहुत है, इसका आउटलुक भी बड़ा अच्छा दिता है इसके CEO ने। सो उस तो काफ़ी मार्केट ते इन्वेस्टर्स पॉजिटिव रहंदे हैं Amazon ਨੂੰ ਲੈ ਕੇ। सो उम्मीद है कि फ्यूचर ਦੇ ਵਿੱਚ ਵੀ ਇਹ ਇਸ ਤਰੀਕੇ ਨਾਲ ਹੀ ग्रो करेगा। सो स्प्लिट तो बाद कहने का भाव कि स्प्लिट तो बाद भी इसने 70% गेन किया इस साल ਦੇ ਵਿੱਚ। सो तुसी देख सकते हो किस तरीके नाल यह स्टॉक हमेशा अपवर्ड मूवमेंट ਦੇ ਵਿੱਚ ਰਹਿੰਦਾ है, ਜਿਹੜਾ कि बहुत ही अच्छा है इन्वेस्टमेंट पर्पज़ तो। अगर आप देखा जाए स्पेशली मैं अगर लॉन्ग टर्म इन्वेस्टमेंट की गल करा तो मैनू ये हुण बिकॉज जिस दिन तो इसने हुण जिवें 70% इसने गेन किया इस साल 10 महीनों के विच, उस तो बाद थोड़ी इहदी ग्रोथ जिवें रुक जे गई है, थोड़ा स्लो हो गया, उस तो बाद इसने ज़्यादा जंप नहीं किया, बट वो सिर्फ शॉर्ट टर्म है। वो हो सकता हुण ये स्लो चल रहा होए, बट लॉन्ग टर्म च मैं देखा तो इस दे काफ़ी ज़्यादा पॉजिटिविटी है जो इन्वेस्टर्स दे विच इन्वेस्ट करना चाहते हैं। इहदे विच इन्वेस्टर्स तो मैं पर्सनली भी मैनू बहुत पसंद है ये स्टॉक है जो। सो मैं जदों भी मौका मिलता तो मैं इस इन्वेस्ट करना पसंद करती हाँ तो इन्वेस्ट करांगी। इस दे 3rd क्वार्टर के जो रिजल्ट्स आए हैं, रिपोर्ट्स आए हैं, उन्होंने थोड़ा जिहा देख लेंगे हाँ, आप स्किम थ्रू कर लेंगे हाँ। बड़े अच्छे रिजल्ट्स आए सीगे इस दे 3rd क्वार्टर के। इसकी जो रेवेन्यू है उसने जंप किया सी 13%, $143.1 बिलियन इसकी जो रेवेन्यू हुई सी 3rd क्वार्टर की। ये एक्सपैक्टेशंस तो किते हाई सीगी, एनालिस्ट ने जो एक्सपैक्ट किया सी उस तो किते हाई रही है। इसकी नैट इनकम है उसने ट्रिपल किया, ऑलमोस्ट $9.9 बिलियन की इसकी जो नैट इनकम रही है। अगर मैं पर शेयर के हिसाब नाल देखा तो पर शेयर दे विच ये 94 सेंट्स की बनती है। लास्ट ईयर यही सीगी 28 सेंट्स, तुसी देखो 28 सेंट्स लास्ट ईयर 3rd क्वार्टर दे विच सीगी इसकी जो नैट इनकम, तो हुण 94 सेंट्स, कितना वड्डा जंप आया इहदे विच। सो तुसी इत्थों ही अंदाज़ा लगा सकते हो कि कितनी जल्दी ना इसने रिकवर किया। अगर कोई प्रॉब्लम्स आईयां भी होणगियां, जिवें इनिशली इसदियां जो वेब सर्विसिज हैं उन्हां नूं लैके सब नूं लगदा सी कि नहीं वो अच्छा नहीं कर रहा या वो ग्रो नहीं कर रहा, बट इसने बड़ी अच्छी रिकवरी की है। सब तो ज़्यादा इसने जो एडवर्टीजमेंट इहदा जो जिहड़ी एडवर्टीजमेंट्स तो पैसा आउंदा है जां रेवेन्यू आउंदी है उसने जंप किया 26% इस क्वार्टर दे विच। इत्थों भी तुसी देख सकते हो कि कितना इसका बिजनेस है जो वधिया कर रहा है, इसका जो बिजनेस मॉडल है किन्ने वधिया तरीके नाल फंक्शन कर रहा है। सो रिपोर्ट्स बड़ियां अच्छियां सीगियां ते इहदे विच जो इसका CEO है उसने बोलिया कि जो वैब सर्विसिज हैं वो बिजनेस ग्रोथ वाल है, वो स्टेबलाइज हो रहा। पहले इनिशली थोड़ा डामनडोल सीगा ते कुछ डाउट्स सीगे इन्वेस्टर्स नूं, मार्केट्स नूं कि पता नहीं की होएगा, बट उन्हां नूं हुण देख सकते हो कि भी किन्ने बिजनेसिस हैं जो इस सर्विसिज नूं लै रहे हैं ते किन्ने होर हैं जिन्हां ने हाले नई सर्विसिज लईआं, सोच भी नहीं रहे हाले, पर इन्हां दा टारगेट है उन्हां नूं भी जिवें कह लो आपां कोशिश करते रहने हैं कि कस्टमर्स किवें लैके आउणे अपनी शॉप के अंदर। सो इन्हां दी भी यही कोशिश है कि मोस्टली जो बिजनेसिस हैं इन्हां दी सर्विसिज नूं यूज़ करन जदों भी उन्हां दा इट कम्स टू सेविंग देयर डेटा एंड स्टफ। सो वो इन्हां दी सर्विसिज नूं लैण के इन्हां दे क्लाउड दे उत्ते अपनी सर्विसिज नूं सेव करन। इट्स मोर लाइक आउटसोर्सिंग। तुसीं अपनी जिवें कह लो मैं अपनी हार्ड ड्राइव ते सेव नहीं करती अपने कंप्यूटर दी या अपने ऑफिस दे विच, मैं इन्हां दी सर्विसिज यूज़ करदी हां अपना डेटा सेव करन दे लई। सो वो डिटेल किसी दिन उहदे उत्ते भी गल करांगे। सो वो इन्हां दा बिजनेस बड़ा वध रहा है, स्टेबलाइज हो रहा है। उस तो बाद एडवर्टीजमेंट जो है वो तुसीं देखिया 26% 3rd क्वार्टर दे विच वधी है जो रेवेन्यू उस तो हुई है जनरेट। अगे भी होर वधन दे चांसिस हैं इस दे विच, बिकॉज में ही मार्केट जो ओवरऑल इकॉनमी होंदी है, बिकॉज ये मैक्रो एनवायरनमेंट दे विच कुछ होएगा तो इसमें इफेक्ट करेगा। लेकिन अदर कंपनीज नूं जिवें इफेक्ट किया मैक्रो एनवायरनमेंट ने, सो इस कंपनी ते भी इफेक्ट पिया सी, बिकॉज ओबवियसली जो मैक्रो एनवायरनमेंट दे विच प्रॉब्लम आउंदी है तो तुहानूं पता है जो आम पब्लिक है वो पैसा नहीं स्पेंड कर पाउंदी। सो जिस पैसा नहीं स्पेंड कर पाएगी इन्हां दी वैबसाइट ते कौन शॉपिंग करन जाएगा, कौन सब्सक्रिप्शनस लेगा Amazon प्राइम दियां। सो तुसीं देख सकते हो किस तरह लिंक बनता है चीज़ों का।
ਸੋ ਇਹ ਵੀ ਪ੍ਰੋਟੈਕਟਡ ਨਹੀਂ ਹੈ, ਅਗਰ ਕੁਛ ਹੁੰਦਾ ਹੈ ਤਾਂ ਇਸ ਨੂੰ ਵੀ ਇਫੈਕਟ ਕਰਦਾ। ਸੋ ਇਹਦਾ ਵੀ ਹੋਇਆ ਸੀ ਇਸ ਤਰੀਕੇ ਨਾਲ ਇਨੀਸ਼ੀਅਲੀ ਜਦੋਂ ਮਾਰਕੀਟ ਡਿੱਗੀ ਸੀ ਜਾਂ ਮਾਰਕੀਟ ਦੇ ਵਿੱਚ ਪ੍ਰੋਬਲਮ ਜਦੋਂ ਵੀ ਆਉਂਦੀ ਹੈ, ਇਸ ਸਟਾਕ ਨੂੰ ਵੀ ਇਫੈਕਟ ਕਰਦਾ ਹੈ। ਸੋ ਉਹ ਚੀਜ਼ ਅਗਰ ਵਾਪਸ ਠੀਕ ਹੁੰਦੀ ਹੈ, ਮੈਂ ਇਸ ਦੇ ਬਿਜ਼ਨਸ ਲਈ ਵੀ ਅੱਛਾ ਹੈ। ਸੋ ਐਡਵਰਟੀਜ਼ਮੈਂਟ ਬਿਜ਼ਨਸ ਹੈ ਜੋ ਉਸ ਦੀ ਰੈਵਨਿਊ ਜੋ ਵਧੀ ਹੈ ਤੇ ਅੱਗੇ ਵੀ ਵਧਣ ਦੇ ਚਾਂਸਸ ਹਨ। ਆਨਲਾਈਨ ਵੀ ਇਹਨਾਂ ਦੇ ਆਨਲਾਈਨ ਸਟੋਰ ਕਹਿ ਲਓ, ਫਿਜ਼ੀਕਲ ਸਟੋਰ ਦੋਨੋਂ ਹੀ ਬੜਾ ਅੱਛਾ ਕਰ ਰਹੇ ਹਨ। ਵੈਨ ਇਟ ਕਮਸ ਟੂ ਜਿਵੇਂ ਲੈਸ ਕੋਸਟ ਕਹਿ ਲਓ, ਘੱਟ ਖਰਚਾ ਪੈਂਦਾ ਹੈ ਤੇ ਡਿਲੀਵਰੀ ਬੜੀ ਫਾਸਟ ਹੁੰਦੀ ਹੈ। ਇਹਨਾਂ ਨੇ ਇੰਪਰੂਵਮੈਂਟ ਕੀਤੀਆਂ ਨੇ ਆਪਣੀ ਡਿਲੀਵਰੀ ਦੇ ਵਿੱਚ, ਜਿਹੜੀ ਡਿਲੀਵਰੀ ਤੁਸੀਂ ਆਰਡਰ ਕਰਦੇ ਹੋ ਕੁਝ, ਕਿੰਨੀ ਜਲਦੀ ਡਿਲੀਵਰੀ ਆਉਂਦੀ ਹੈ, ਕਿੰਨੇ ਐਫੀਸ਼ੀਐਂਟ ਤਰੀਕੇ ਦੇ ਨਾਲ ਡਿਲੀਵਰ ਕਰਦੇ ਹਨ ਸਮਾਨ। ਸੋ ਉਹ ਚੀਜ਼ਾਂ ਦੇ ਵਿੱਚ ਇੰਪਰੂਵਮੈਂਟ ਹੋਈ ਹੈ ਤਾਂ ਅੱਗੇ ਵੀ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਿਕੋਜ਼ ਇਹ ਵੀ AI ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇਸ ਕੰਪਨੀ ਨੇ ਇੱਕ ਕੰਪਨੀ ਯੂਜ਼ ਕਰ ਰਹੀ ਹੈ, ਕਲਾਊਡ ਸਰਵਿਸਿਜ਼ ਦੇ ਵਿੱਚ ਯੂਜ਼ ਕਰ ਰਹੀ ਹੈ। ਈਵਨ ਰਿਟੇਲ ਸਟੋਰ, ਆਨਲਾਈਨ ਸਟੋਰ ਜੋ ਫਿਜ਼ੀਕਲ ਸਟੋਰ, ਉੱਥੇ ਵੀ ਇਸ ਸਰਵਿਸਿਜ਼ ਨੂੰ ਯੂਜ਼ ਕਰ ਰਹੀ ਹੈ। ਸੋ ਇਹਨਾਂ ਦੇ ਕੋਲ ਵੀ ਉਸ ਟੈਕਨੋਲੋਜੀ ਨੂੰ ਯੂਜ਼ ਕਰਨ ਦੇ ਨਾਲ ਐਫੀਸ਼ੀਐਂਸੀ ਵੱਧ ਰਹੀ ਹੈ। ਸੋ ਉਹਦੇ ਕਰਕੇ ਐਫੀਸ਼ੀਐਂਸੀ ਵਧੇਗੀ ਤਾਂ ਓਬਵੀਅਸਲੀ ਲੇਟਰ ਔਨ ਇਨੀਸ਼ੀਅਲੀ ਭਾਵੇਂ ਕਾਸਟ ਹੋਏ ਬਟ ਲੇਟਰ ਔਨ ਕਾਸਟ ਵੀ ਘਟੇਗੀ। ਸੋ ਉਹਨਾਂ ਦੇ ਪ੍ਰੋਫਿਟ ਹੈ ਜੋ ਉਹਦੇ ਵਿੱਚ ਵਾਧਾ ਹੋਏਗਾ। ਸੋ ਓਵਰਆਲ ਜੋ ਇਸ ਦੀ ਇਨਕਮ ਹੈ ਤੇ ਕੈਸ਼ ਫਲੋ ਹੈ ਉਹ 'ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਮੇਨਲੀ ਆਪਾਂ ਇਕੱਲੀ ਇਨਕਮ ਨੂੰ ਨਹੀਂ ਦੇਖਦੇ, ਇਹਦਾ ਕੈਸ਼ ਫਲੋ ਵੀ ਦੇਖਦੇ ਹਾਂ, ਉਹਨੂੰ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਨੰਬਰਸ ਥੋੜ੍ਹੇ ਮੈਂ ਪਾਏ ਹਨ, ਦੇਖਦੇ ਹਾਂ ਕਿਸ ਤਰੀਕੇ ਨਾਲ ਇਸ ਦਾ ਕੈਸ਼ ਫਲੋ ਜੋ ਵਧਿਆ ਹੈ। ਇਹਦੀ ਕਲਾਊਡ ਕੰਪਿਊਟਿੰਗ ਦੀ ਸੇਲਸ ਜੋ ਸੀਗੀਆਂ ਇਸ ਕੁਆਟਰ ਦੇ ਵਿੱਚ ਜੋ ਇਹ ਬਿਜ਼ਨਸਿਸ ਨੂੰ ਪ੍ਰੋਵਾਈਡ ਕਰਵਾਉਂਦੇ ਹਨ 12% ਵਧੀਆਂ ਹਨ, ਜਿਹੜਾ ਕਿ ਬਹੁਤ ਗੁੱਡ ਨੰਬਰ ਹੈ। ਜਿਸ ਤਰ੍ਹਾਂ ਪਹਿਲੇ ਇਨੀਸ਼ੀਅਲੀ ਸਟਰਗਲਿੰਗ ਕਹਿ ਰਹੇ ਸੀ, ਬਟ 12% ਇਨਕਰੀਜ਼ ਅਗਰ ਹੁੰਦਾ ਹੈ ਉਹਦੇ ਵਿੱਚ ਆਫਟਰ ਸਟਰਗਲਿੰਗ ਫॉर ਸਮ ਟਾਈਮ ਤਾਂ ਉਹ ਬਹੁਤ ਅੱਛਾ ਨੰਬਰ ਕਹਿ ਸਕਦੇ ਹਾਂ ਆਪਾਂ। ਸੋ ਸਾਰੇ ਕਾਰਨਰਸ ਦੇ ਵਿੱਚ ਤੁਸੀਂ ਦੇਖੋ ਤਾਂ ਇਸ ਨੇ ਅੱਛਾ ਹੀ ਕੀਤਾ ਹੈ। ਹੁਣ ਮੈਂ ਸਨੈਪਸ਼ਾਟ ਪਾਇਆ ਹੈ ਕੈਸ਼ ਫਲੋ ਦਾ ਜੋ ਕਿ ਮਿਲੀਅਨਸ ਦੇ ਵਿੱਚ ਹੈ, ਨੰਬਰਸ ਜੋ ਹਨ ਮਿਲੀਅਨ ਬਿਲੀਅਨਸ ਦੇ ਵਿੱਚ ਹਨ। ਥੋੜ੍ਹਾ ਜਿਹਾ ਮੈਂ ਦੇਵਾਂਗੀ ਓਵਰਵਿਊ। ਆਪਾਂ ਨੈਟ ਇਨਕਮ ਦੇਖਦੇ ਹਾਂ ਕਿਸੇ ਕੰਪਨੀ ਦੀ ਵੀ ਕਿ ਇਹਦੀ ਇਨਕਮ ਵਧੀ ਹੈ ਜਾਂ ਘਟੀ ਹੈ। ਆਪਾਂ ਉੱਥੇ ਬਸ ਨਹੀਂ ਕਰ ਸਕਦੇ। ਜਦੋਂ ਆਪਾਂ ਕੋਈ ਸਟਾਕ ਐਨਾਲਾਈਜ਼ ਕਰਦੇ ਹਾਂ, ਕਿਸੇ ਕੰਪਨੀ ਨੂੰ ਐਨਾਲਾਈਜ਼ ਕਰਦੇ ਹਾਂ ਇਨਵੈਸਟ ਕਰਨ ਦੇ ਲਈ, ਆਪਾਂ ਖਾਲੀ ਨੈਟ ਇਨਕਮ ਨਹੀਂ ਦੇਖਣੀ, ਆਪਾਂ ਨੇ ਇਹ ਦੇਖਣਾ ਕਿ ਉਹਦੇ ਵਿੱਚ ਜੋ ਫ੍ਰੀ ਕੈਸ਼ ਫਲੋ ਹੈ ਕਿੰਨਾ ਹੈ। ਹੁਣ ਫ੍ਰੀ ਕੈਸ਼ ਫਲੋ ਦੇ ਉੱਤੇ ਵੀ ਆਪਾਂ ਨੇ ਡਿਟੇਲ 'ਚ ਕਿਸੇ ਦਿਨ ਗੱਲ ਕਰਨੀ ਹੈ। ਆਪਾਂ ਦੇਖਣਾ ਕਿ ਪੈਸਾ ਐਕਚੁਅਲ 'ਚ ਕੈਸ਼ ਕਿੰਨਾ ਬਚਿਆ ਹੈ। ਜਿੰਨਾ ਕੈਸ਼ ਬਚਿਆ ਹੈ ਉਹਨੂੰ ਫਿਰ ਆਪਾਂ ਦੇਖਦੇ ਹਾਂ ਕਿ ਇੱਕ ਸ਼ੇਅਰ ਦੇ ਪ੍ਰਤੀ ਕਿੰਨਾ ਕੈਸ਼ ਆਉਂਦਾ ਹੈ। ਮੀਨਸ ਓਵਰਆਲ ਚਾਹੇ ਨੈਟ ਇਨਕਮ ਵਧੀ ਹੈ ਪਰ ਉਸ ਤੋਂ ਇਲਾਵਾ ਹੋਰ ਕੰਪਨੀ ਕੀ ਕਰ ਰਹੀ ਹੈ, ਕੀ ਕੁਝ ਕਰਨ ਤੋਂ ਬਾਅਦ ਉਹਦੇ ਕੋਲ ਨੈਟ ਜੋ ਕੈਸ਼ ਹੈ, ਜੋ ਫ੍ਰੀ ਕੈਸ਼ ਫਲੋ ਹੈ, ਜਿਹਦੇ ਉੱਤੇ ਕੋਈ ਹੋਰ ਲਾਇਬਿਲਿਟੀ ਨਹੀਂ ਹੈ, ਕਿੰਨਾ ਕੁ ਬਚਦਾ ਹੈ। ਸੋ ਇਹਦਾ ਜੋ ਆਪਰੇਟਿੰਗ ਕੈਸ਼ ਫਲੋ ਦੇ ਵਿੱਚੋਂ ਅਗਰ ਤੁਸੀਂ ਦੇਖੋ ਪ੍ਰੋਪਰਟੀ ਇਕਵਿਪਮੈਂਟ ਉਹ ਪਰਚੇਸ ਕਰਨ ਤੋਂ ਬਾਅਦ ਜਾਂ ਜੋ ਵੀ ਪੇ ਆਫ ਕਰਨ ਤੋਂ ਬਾਅਦ ਜੋ ਬਚਦਾ ਹੈ ਆਪਾਂ ਉਸ ਨੰਬਰ ਤੇ ਧਿਆਨ ਦੇਣਾ ਹੈ। ਸੋ ਜੋ ਲਾਸਟ ਲਾਈਨ ਹੈ ਫ੍ਰੀ ਕੈਸ਼ ਫਲੋ ਜੋ ਤੁਸੀਂ ਦੇਖ ਸਕਦੇ ਹੋ, ਇਸ ਨੂੰ ਆਪਾਂ ਨੇ ਧਿਆਨ 'ਚ ਦੇਣਾ ਹੈ। ਇਹ ਵਾਲੇ ਨੰਬਰਸ ਜੋ ਹਨ, ਅਗਰ ਮੈਂ ਦੇਖਾਂ 22 ਦਾ ਜੋ ਕੁਆਟਰ ਸੀਗਾ, ਤੀਜਾ ਕੁਆਟਰ ਸੇਮ ਕੁਆਟਰ ਜਿਹਦੀ ਆਪਾਂ ਹੁਣ ਰਿਜ਼ਲਟਸ ਦੇਖ ਕੇ ਹਟੇ ਹਾਂ ਇਸ ਸਾਲ ਦੇ, ਬਟ ਲਾਸਟ ਈਅਰ ਸੇਮ ਕੁਆਟਰ ਦੇ ਵਿੱਚ ਇਹ ਨੈਗੇਟਿਵ ਦੇ ਵਿੱਚ ਸੀਗਾ ਤੇ ਉਸ ਤੋਂ ਬਾਅਦ ਫੋਰਥ ਕੁਆਟਰ ਦੇ ਵਿੱਚ ਵੀ ਨੈਗੇਟਿਵ ਸੀਗਾ ਲੇਕਿਨ ਥੋੜੀ ਘਟੀ, ਉਹ ਨੰਬਰ ਥੋੜਾ ਘਟਿਆ, ਥੋੜਾ ਇੰਪਰੂਵਮੈਂਟ ਇਸਨੇ ਕੀਤਾ। ਉਸ ਤੋਂ ਬਾਅਦ 20 ਦਾ ਜੋ ਕੁਆਟਰ 2023 ਦਾ ਜੋ ਫਸਟ ਕੁਆਟਰ ਹੈ ਜੋ ਮਾਰਚ ਵਿੱਚ ਐਂਡ ਹੋਇਆ ਸੀ ਉਹਦੇ ਵਿੱਚ ਵੀ ਇਹ ਨੈਗੇਟਿਵ ਸੀਗਾ ਲੇਕਿਨ ਬਹੁਤ ਇੰਪਰੂਵਮੈਂਟ ਕੀਤੀ। ਤੁਸੀਂ ਦੇਖੋ ਇੱਥੇ ਕਿਤੇ ਕਹਿ ਲਓ ਆਪਾਂ, ਅਗਰ ਮੈਂ ਮਿਲੀਅਨਸ ਦੀ ਨਹੀਂ ਗੱਲ ਕਰਦੀ, ਮੈਂ ਸਿੰਪਲ ਖਾਲੀ ਤੋਂ ਮੈਂ ਤੁਹਾਨੂੰ ਬੋਲਣਾ, ਦੇਖੋ 19,686 ਫਿਰ ਕਿਤੇ 3,000 ਦਾ ਨਾ, ਮਤਲਬ ਕਿ ਇੰਪਰੂਵਮੈਂਟ ਬੜੀ ਜਲਦੀ ਨਾਲ ਇੰਪਰੂਵਮੈਂਟ ਹੁੰਦੀ ਆ ਰਹੀ ਸੀ ਇੱਥੇ। ਤੇ ਇੱਥੇ ਆ ਕੇ ਸੈਕੰਡ ਕੁਆਟਰ ਦੇ ਵਿੱਚ ਕਿੰਨਾ ਪੋਜ਼ਿਟਿਵ ਹੋਇਆ ਇੱਕਦਮ। ਦੇਖੋ ਨੈਗੇਟਿਵ ਨੰਬਰ ਨੂੰ ਪਹਿਲੇ ਕ੍ਰਾਸ ਕੀਤਾ ਇਸਨੇ ਇੰਨਾ, ਉਸ ਤੋਂ ਬਾਅਦ ਇਹ ਉਸ ਤੋਂ ਵੀ ਫਿਰ ਡਬਲ ਹੋਇਆ। ਹੁਣ ਤੁਸੀਂ ਦੇਖੋ ਕਿੰਨਾ ਹੈ, 3 ਟਾਈਮਸ ਪਿਛਲੇ ਕੁਆਟਰ ਤੋਂ ਜ਼ਿਆਦਾ ਫ੍ਰੀ ਕੈਸ਼ ਫਲੋ ਹੈ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਸ ਦੀ ਹੈਲਥ ਦਾ, ਕਿਸੇ ਵੀ ਕੰਪਨੀ ਦੀ ਹੈਲਥ ਦਾ, ਕਿ ਕਿੰਨਾ ਕੁ ਕੈਸ਼ ਫਲੋ ਹੈ ਜੋ ਫ੍ਰੀ ਕੈਸ਼ ਫਲੋ ਹੈ ਉਹਨਾਂ ਕੋਲ ਬਚਦਾ ਹੈ, ਜਿਹੜਾ ਕਿ ਉਸ ਦੀ ਸਟਰੋਂਗ ਹੈਲਥ ਦਾ ਇੰਡੀਕੇਸ਼ਨ ਹੁੰਦਾ ਹੈ ਕਿਸੇ ਵੀ ਕੰਪਨੀ ਦਾ। ਸੋ ਆਪਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ Amazon ਇਜ਼ ਡੂਇੰਗ ਰੀਅਲੀ ਵੈਲ। ਸੋ ਆਪਾਂ ਇਸ ਨੂੰ ਦੇਖ ਸਕਦੇ ਹਾਂ ਇਨਵੈਸਟਮੈਂਟ ਪਰਪਸ ਤੋਂ। ਸੋ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਲੈਂਦੇ ਹਾਂ, ਜਿਹਦੇ ਵਿੱਚ ਇਹਨਾਂ ਦੀ ਰੀਸੈਂਟ ਜੋ ਡੀਲ ਹੋਈ ਹੈ $multi billion ਦੀ ਐਂਥਰੋਪਿਕ ਦੇ ਨਾਲ, ਜਿਹੜਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮਾਡਲ ਨੂੰ ਟ੍ਰੇਨ ਕਰਦਾ ਹੈ।
ਉਹਦੇ ਨਾਲ ਹੋਈ ਹੈ ਡੀਲ, ਜਿਹਦੇ ਵਿੱਚ ਉਹ ਇਹਨਾਂ ਦੀਆਂ ਵੈਬ ਸਰਵਿਸਿਜ਼ ਨੂੰ ਯੂਜ਼ ਕਰਨਗੇ, ਕਲਾਊਡ ਸਰਵਿਸਿਜ਼ ਜੋ ਪ੍ਰੋਵਾਈਡ ਕਰਵਾਉਂਦਾ ਹੈ Amazon ਵੈਬ ਸਰਵਿਸਿਜ਼। ਸੋ ਉਹਦੇ ਵਿੱਚ ਨਾਲ ਦੀ ਨਾਲ ਉਹ ਇਹਦੀਆਂ ਜੋ ਇਨ ਹਾਊਸ ਡਿਜ਼ਾਈਨ ਕੀਤੀਆਂ ਹੋਈਆਂ ਚਿਪਸ ਹਨ ਉਹਨਾਂ ਦੇ ਉੱਤੇ ਵੀ ਉਹ ਜਨਰੇਟਿਵ AI ਮੋਡਲਸ ਨੂੰ ਟ੍ਰੇਨ ਕਰੇਗਾ, ਐਂਥਰੋਪਿਕ ਟ੍ਰੇਨ ਕਰੇਗੀ। ਅਤੇ ਇਹਦਾ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਸੀਰੀਅਸ ਹਨ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ, ਅਤੇ ਕਿਸ ਤਰੀਕੇ ਨਾਲ ਉਸ ਨੂੰ ਟੈਕਨੋਲੋਜੀ ਨੂੰ ਅਡੋਪਟ ਕੀਤਾ ਹੈ ਇਹਨਾਂ ਨੇ ਅਤੇ ਕਰ ਰਹੇ ਹਨ। ਅਤੇ ਉਹਦੇ ਵਿੱਚ ਅਗਰ ਬਾਕੀ ਕੰਪਨੀਜ਼ ਇਸ ਚੀਜ਼ ਨੂੰ ਕੈਸ਼ ਕਰ ਰਹੀਆਂ ਹਨ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ, ਸੋ Amazon ਵੀ ਉਸ ਤੋਂ ਪਿੱਛੇ ਨਹੀਂ ਹੈ, ਉਹ ਵੀ ਇਸ ਨੂੰ ਯੂਜ਼ ਕਰ ਰਿਹਾ ਸਰਵਿਸਿਜ਼ ਨੂੰ, ਉਹ ਵੀ ਇਸ ਟੈਕਨੋਲੋਜੀ ਦੇ ਥਰੂ ਆਪਣੇ ਬਿਜ਼ਨਸ ਨੂੰ ਐਫੀਸ਼ੀਐਂਟ ਬਣਾ ਰਿਹਾ ਹੈ ਜਾਂ ਉਸ ਦੇ ਥਰੂ ਆਪਣੇ ਬਿਜ਼ਨਸ ਨੂੰ ਹੋਰ ਵਧਾ ਰਿਹਾ ਹੈ। ਸੋ ਉਸ ਤੋਂ ਇਲਾਵਾ ਇਸਨੇ ਬੋਲਿਆ ਹੈ ਕਿ ਜੋ Amazon ਵੈਬ ਸਰਵਿਸਿਜ਼ ਹਨ ਉਹਨਾਂ ਤੋਂ ਇਹਨਾਂ ਨੇ ਆਲਮੋਸਟ $100 ਬਿਲੀਅਨ ਦੀ ਜੋ ਰਨ ਰੇਟ ਰੈਵਨਿਊ ਦਾ ਤੁਸੀਂ ਕਹਿ ਸਕਦੇ ਹੋ ਬਿਜ਼ਨਸ ਜਨਰੇਟ ਕੀਤਾ ਹੈ। ਭਾਵੇਂ ਕਿ ਹਾਲੇ ਸਾਰੇ ਬਿਜ਼ਨਸਿਸ ਨੇ ਜਾਂ ਕਹਿ ਲਓ ਵਰਲਡ ਵਾਈਡ ਸਾਰਿਆਂ ਨੇ ਇਹਦੀਆਂ ਸਰਵਿਸਿਜ਼ ਨਹੀਂ ਯੂਜ਼ ਕੀਤੀਆਂ, ਕੁਝ % ਹੀ ਕੀਤਾ ਹੈ। ਸਟਿਲ ਇਹਨਾਂ ਨੂੰ ਉਮੀਦ ਹੈ ਕਿ ਇਹ ਹੋਰ ਕਸਟਮਰਸ ਨੂੰ, ਹੋਰ ਕਲਾਇੰਟਸ ਨੂੰ ਵਿਨ ਕਰ ਸਕਣਗੇ, ਜਿਹਦੇ ਨਾਲ ਬਿਜ਼ਨਸ ਹੋਰ ਵੀ ਵਧੇਗਾ। ਮੀਨਸ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਬਿਜ਼ਨਸ ਵਧੇਗਾ ਇਸ ਦਾ ਹਰ ਪੱਖ ਤੋਂ, ਨਾਟ ਜਸਟ ਕਲਾਊਡ ਸਰਵਿਸਿਜ਼, ਈਵਨ ਆਨਲਾਈਨ ਰਿਟੇਲ ਸਟੋਰਸ ਤੋਂ ਵੀ, ਫਿਜ਼ੀਕਲ ਸਟੋਰਸ ਤੋਂ ਵੀ ਜਾਂ ਵੈਬ ਸਰਵਿਸਿਜ਼ ਤੋਂ ਵੀ। ਸੋ ਇੱਥੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਕੰਪਨੀ ਗਰੋ ਕਰੇਗੀ ਅਤੇ ਕਰ ਰਹੀ ਹੈ। ਹੁਣ ਇਹਦੀ ਰੀਸੈਂਟ ਡੀਲ ਹੋਈ ਹੈ ਜੋ ਮੈਟਾ ਪਲੇਟਫਾਰਮ ਦੇ ਨਾਲ ਪਾਰਟਨਰਸ਼ਿਪ ਹੋਈ ਹੈ Amazon ਦੀ, ਉਸ ਤੁਸੀਂ ਦੇਖੋ ਉਹ ਵੀ ਇਹਦੇ ਲਈ ਪੋਜ਼ੀਟਿਵ ਹੈ। ਉਹਦੇ ਨਾਲ ਜੋ ਅਨਾਊਂਸਮੈਂਟ ਇਹਨੇ ਰੀਸੈਂਟਲੀ ਕੀਤੀ ਹੈ ਇਸੇ ਵੀਕ ਦੇ ਵਿੱਚ ਕਿ ਇਹਦੇ ਵਿੱਚ ਕੀ ਹੋਏਗਾ ਕਿ ਜਦੋਂ ਤੁਸੀਂ ਫੇਸਬੁੱਕ 'ਤੇ ਹੋ ਜਾਂ ਇੰਸਟਾਗ੍ਰਾਮ 'ਤੇ ਹੋ, ਉੱਥੇ ਤੁਸੀਂ ਕੋਈ ਐਡਵਰਟੀਜ਼ਮੈਂਟ ਦੇਖੀ Amazon ਦੀ, ਕੋਈ ਪ੍ਰੋਡਕਟ ਦੇਖਿਆ Amazon ਦਾ, ਉੱਥੋਂ ਤੁਸੀਂ ਡਾਇਰੈਕਟ ਆਪਣਾ ਜੋ ਆਰਡਰ ਹੈ ਪਲੇਸ ਕਰ ਸਕੋਗੇ। ਮੀਨਸ ਅਗਰ ਮੈਂ ਫੇਸਬੁੱਕ 'ਤੇ ਸਕਰੋਲ ਡਾਊਨ ਕਰ ਰਹੀ ਹਾਂ ਅਤੇ ਮੈਨੂੰ ਅਚਾਨਕ Amazon ਦਾ ਕੋਈ ਪ੍ਰੋਡਕਟ ਦਿਖਿਆ ਜਿਹੜਾ ਕਿ Amazon ਸਟੋਰ 'ਤੇ ਵਿਕਦਾ ਹੈ, ਸੋ ਉਹ ਮੈਂ ਡਾਇਰੈਕਟਲੀ ਉੱਥੋਂ ਰੀਅਲ ਟਾਈਮ ਪ੍ਰਾਈਸਿੰਗ ਚੈੱਕ ਕਰ ਸਕਦੀ ਹਾਂ, ਉੱਥੋਂ ਆਰਡਰ ਕਰ ਸਕਦੀ ਹਾਂ। ਮੈਨੂੰ ਫੇਸਬੁੱਕ ਵੀ ਨਹੀਂ ਛੱਡਣੀ ਪਏਗੀ। ਕਈ ਵਾਰੀ ਹੁੰਦਾ ਕਿ ਤੁਸੀਂ ਇੱਕ ਪਲੇਟਫਾਰਮ 'ਤੇ ਹੁੰਦੇ, ਉੱਥੋਂ ਤੁਸੀਂ ਕਲਿੱਕ ਕਰੋ, ਤੁਹਾਨੂੰ ਅੱਗੇ ਲੈ ਜਾਂਦਾ ਡਿਫਰੈਂਟ, ਤੁਹਾਨੂੰ ਵਾਪਸ ਫਿਰ ਆਉਣਾ ਪੈਂਦਾ, ਇੱਧਰ ਲੌਗਇਨ ਕਰਨਾ ਪੈਂਦਾ ਜਾਂ ਦੁਬਾਰਾ ਤੋਂ ਓਪਨ ਕਰਨੀ ਪੈਂਦੀ ਐਪਲੀਕੇਸ਼ਨ। ਪਰ ਹੁਣ ਕੀ ਹੋਏਗਾ, ਬਿਕੋਜ਼ ਇਹਨਾਂ ਦੀ ਡੀਲ ਹੋਈ ਆ, ਪਾਰਟਨਰਸ਼ਿਪ ਹੋਈ ਆ, ਤੁਸੀਂ ਉੱਥੇ ਰਹਿ ਕੇ ਹੀ, ਉਸ ਪੇਜ ਦੇ ਉੱਤੇ ਰਹਿ ਕੇ ਹੀ ਤੁਸੀਂ ਐਡਵਰਟੀਜ਼ਮੈਂਟ ਦੇ ਥਰੂ ਜਾ ਕੇ ਰੀਅਲ ਟਾਈਮ ਪ੍ਰਾਈਸਿੰਗ ਚੈੱਕ ਕਰਕੇ ਸਾਰਾ ਡੇਟਾ ਲੈ ਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ। ਤੁਹਾਡੀਆਂ ਸੇਮ ਈਮੇਲ, ਸੇਮ ਡਿਟੇਲਸ ਉੱਥੇ ਯੂਜ਼ ਹੋ ਸਕਦੀਆਂ ਹਨ ਅਗਰ ਤੁਹਾਨੂੰ ਇਸ ਤਰ੍ਹਾਂ ਹੈਂਡੀ ਲੱਗਦਾ ਹੈ। ਇਟ ਡਿਪੈਂਡਸ ਕਿ ਤੁਸੀਂ ਕਿੰਨਾ ਸੇਫ ਮੰਨਦੇ ਹੋ, ਬਟ ਇਹ ਡੀਲ ਹੋਈ ਹੈ, ਇਹਦੇ ਨਾਲ ਦੋਨਾਂ ਕੰਪਨੀਜ਼ ਨੂੰ ਫਾਇਦਾ ਹੋਏਗਾ। ਸਪੈਸ਼ਲੀ Amazon ਦੀ ਆਪਾਂ ਅੱਜ ਗੱਲ ਕਰ ਰਹੇ ਹਾਂ। Amazon ਨੂੰ ਪਤਾ ਹੈ ਕਿ ਵੀ ਅਗਰ ਕਿਸੇ ਕਸਟਮਰ ਨੂੰ ਕਿ ਵੀ ਹਾਂ ਮੈਂ ਕੁਇਕਲੀ ਰੇਟ ਚੈੱਕ ਕਰ ਲੈਂਦੀ ਹਾਂ, ਕੋਈ ਚੀਜ਼ ਹੈ ਜੋ $100 ਦੀ ਮਿਲ ਰਹੀ ਹੈ, ਸੋ ਸਪੈਸ਼ਲ 'ਤੇ ਹੈ ਜਾਂ ਕੁਛ ਵੀ ਹੈ, ਮੈਂ ਨਾਲ ਦੀ ਨਾਲ ਆਰਡਰ ਪਲੇਸ ਕਰ ਦਾਂਗੀ। ਮੈਨੂੰ ਜ਼ਿਆਦਾ ਵੇਟ ਨਹੀਂ ਕਰਨੀ ਪਏਗੀ, ਮੈਂ ਪਹਿਲੇ ਲੌਗ ਆਊਟ ਹੋਵਾਂ, ਉੱਥੋਂ ਲੌਗ ਆਫ ਹੋਵਾਂ, ਫਿਰ ਮੈਂ Amazon ਵੱਲ ਜਾਵਾਂ, ਉੱਥੇ ਲੌਗਇਨ ਕਰਾਂ, ਫਿਰ ਮੈਂ ਆਰਡਰ ਕਰਾਂ। ਨਹੀਂ, ਵਾਈਲ ਆਮ ਔਨ ਫੇਸਬੁੱਕ ਔਰ ਇੰਸਟਾਗ੍ਰਾਮ, ਉੱਥੋਂ ਮੈਂ ਰਹਿ ਕੇ ਹੀ ਆਪਣਾ ਉੱਥੇ ਕਲਿੱਕ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੀ ਹਾਂ। ਸੋ ਇਹ ਬਹੁਤ ਹੀ ਵੱਡੀ ਇੱਕ ਅਚੀਵਮੈਂਟ ਹੈ, ਦੋਨਾਂ ਦਾ ਪਾਰਟਨਰਸ਼ਿਪ ਹੈ। ਸੋ ਫਿਊਚਰ ਦੇ ਵਿੱਚ ਦੇਖਣਾ ਹੋਏਗਾ ਕਿ ਹੋਰ ਕਿੰਨਾ ਇਸ ਬਿਜ਼ਨਸ ਨੂੰ ਫਾਇਦਾ ਹੁੰਦਾ ਇਸ ਡੀਲ ਦੇ ਨਾਲ। ਉਸ ਤੋਂ ਬਾਅਦ ਹੈ ਆਪਣਾ Amazon ਤੇ Snapchat ਦੀ, ਜਿਹੜੀ ਕਿ ਇਹਨਾਂ ਨੇ ਕੱਲ੍ਹ ਅਨਾਊਂਸ ਕੀਤੀ ਹੈ। ਜਿਹੜੀ ਸੇਮ ਡੀਲ ਹੈ ਫੇਸਬੁੱਕ ਦੇ ਨਾਲ ਕੀਤੀ ਹੈ, ਸੇਮ ਇਹਨਾਂ ਨੇ Snapchat ਦੇ ਨਾਲ ਕੀਤੀ ਹੈ। ਉੱਥੋਂ ਤੁਸੀਂ ਰਹਿ ਕੇ, ਜਿਵੇਂ ਕਹਿ ਲਓ ਸੋਸ਼ਲ ਮੀਡੀਆ 'ਤੇ Snapchat 'ਤੇ ਰਹਿ ਕੇ ਹੀ ਅਗਰ ਤੁਹਾਨੂੰ ਕੋਈ ਡੀਲ ਮਿਲਦੀ ਹੈ ਪ੍ਰੋਡਕਟ ਦੀ ਜੋ Amazon ਦਾ ਹੈ, Snapchat 'ਤੇ ਉੱਤੇ ਵਾਈਲ ਯੂ ਆਰ ਦੇਅਰ, ਤੁਸੀਂ ਉੱਥੋਂ ਆਰਡਰ ਪਲੇਸ ਕਰ ਪਾਓਗੇ। ਤਾਂ ਤੁਸੀਂ ਚੈੱਕਆਊਟ ਕਰ ਸਕਦੇ ਹੋ, ਤੁਹਾਨੂੰ ਸੋਸ਼ਲ ਮੀਡੀਆ ਦੀ ਐਪ ਛੱਡਣੀ ਨਹੀਂ ਪਏਗੀ। ਮੀਨਸ ਜਿੱਦਾਂ ਮੈਂ ਪਹਿਲੇ ਐਕਸਪਲੇਨ ਕੀਤਾ, ਅਗਰ ਫੇਸਬੁੱਕ 'ਤੇ ਰਹਿ ਕੇ ਤੁਸੀਂ ਕੋਈ ਪ੍ਰੋਡਕਟ ਲੱਭਿਆ, ਉਹਦੀ ਐਡਵਰਟੀਜ਼ਮੈਂਟ ਦੇਖੀ, ਉੱਥੋਂ ਆਰਡਰ ਪਲੇਸ ਕੀਤਾ, ਸਾਰਾ ਕੁਛ ਹੋਇਆ, ਤੁਹਾਨੂੰ ਉੱਥੋਂ ਬਾਹਰ ਨਹੀਂ ਜਾਣਾ ਪਏਗਾ। ਵਾਈਲ ਯੂ ਆਰ ਦੇਅਰ ਤੁਸੀਂ ਸਾਰਾ ਆਪਣਾ ਪ੍ਰੋਸੈਸ ਫਿਨਿਸ਼ ਕਰ ਸਕਦੇ ਹੋ। ਸੋ ਇਹਦੇ ਵਿੱਚ ਇਹਨਾਂ ਨੇ ਮੇਨਲੀ ਜੋ ਪ੍ਰਾਈਮ US ਦੇ ਵਿੱਚ ਸ਼ੁਰੂ ਕੀਤਾ ਐਕਚੁਅਲੀ ਸਟਾਰਟਿੰਗ ਦੇ ਲਈ ਹਾਲੇ, ਜਿਹਦੇ ਵਿੱਚ ਜੋ ਪ੍ਰਾਈਮ ਉਹਦੇ ਸਬਸਕ੍ਰਾਈਬਰ ਹਨ ਉਹਨਾਂ ਵਾਸਤੇ ਸਰਵਿਸਿਜ਼ ਹਨ। ਬਾਕੀ ਹੌਲੀ ਹੌਲੀ ਐਕਸਪੈਂਡ ਕਰਨਗੇ ਆਪਣੇ ਇਸ ਜੋ ਪਾਰਟਨਰਸ਼ਿਪ ਦਾ ਜੋ ਬਿਜ਼ਨਸ ਹੈ, ਕਿੱਥੇ ਤੱਕ ਲੈ ਕੇ ਜਾਂਦੇ ਹਨ ਉਹ ਵੀ ਆਪਾਂ ਦੇਖਣਾ ਬਣੇਗਾ। ਬਟ ਇਟਸ ਰੀਅਲੀ ਗੁੱਡ
कि भी जिहड़ी इन्हां दी पार्टनरशिप इन्हां वड्डे प्लेटफॉर्म्स दे नाल होई है, अगर मैं बिजनेस परस्पैक्टिव तो देखा, अगर मैं इन्वैस्टर परस्पैक्टिव तो देखा, अगर एक लेमैन के तौर पर देखा जिन्होंने इन्वैसटमेंट ना कोई मतलब नहीं है, तो हो सकता मैनू कुछ लूप होल्स मिलन ये बट बिकॉज आपां गल कर रहे हैं एज एन इन्वैस्टर, रिटेल इन्वैस्टर, ਆਪਾਂ ਫਿਊਚਰ ਦੇ ਵਿੱਚ ਇਨਵੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਆਪਾਂ ਕੰਪਨੀ ਨੂੰ ਉਸ ਐਂਗਲ ਤੋਂ ਚੈੱਕ ਕਰ ਰਹੇ ਹਾਂ ਕਿ ਕਿਹੜੀ ਸਰਵਿਸਿਜ਼ ਕਰਵਾ ਰਹੀ ਹੈ ਪ੍ਰੋਵਾਈਡ ਤੇ ਕੀ ਕਰ ਰਹੀ ਹੈ। ਸੋ ਤੁਹਾਨੂੰ ਨੈਗੇਟਿਵਿਟੀਆਂ ਮਿਲਣਗੀਆਂ ਬਟ ਨਾਟ ਐਜ਼ ਐਨ ਇਨਵੈਸਟਰ। ਤੁਸੀਂ ਅਗਰ ਆਮ ਬੰਦੇ ਦੇ ਤੌਰ ਤੇ ਦੇਖ ਰਹੇ ਹੋ ਇਸ ਨੂੰ, ਇਹ ਚੀਜ਼ਾਂ ਜੋ ਸਰਵਿਸਿਜ਼ ਇਹ ਨਿਊ ਪ੍ਰੋਵਾਈਡ ਕਰਵਾ ਰਹੇ ਹਨ ਉਹ ਡਿਫਰੈਂਟ ਟੌਪਿਕ ਹੈ, ਬਟ ਅੱਜ ਦਾ ਟੌਪਿਕ ਜੋ ਹੈ ਅਸੀਂ ਇਨਵੈਸਟਮੈਂਟ ਦੀ ਗੱਲ ਕਰ ਰਹੇ ਹਾਂ। ਸੋ ਸਾਡੇ ਲਈ ਇਹ ਇਨਵੈਸਟਰਸ ਦੇ ਲਈ ਇਹ ਚੀਜ਼ ਬੜੀ ਵਧੀਆ ਹੈ ਜਦੋਂ ਕੰਪਨੀ ਨੇ ਕੋਈ ਇੱਦਾਂ ਦੀਆਂ ਮਾਈਲਸਟੋਨ ਨੂੰ ਅਚੀਵ ਕਰਦੀ ਹੈ। ਸੋ ਐਮਾਜ਼ੋਨ ਦਾ ਜੋ ਸਟਾਕ ਹੈ ਇਸ ਨੂੰ ਮੈਂ ਬੋਲਾਂਗੀ, ਮੈਂ ਐਡਵਾਈਜ਼ਰ ਨਹੀਂ ਹਾਂ ਬਟ ਮੈਂ ਜੋ ਪਰਸਨਲੀ ਮੈਂ ਬਾਏ ਕਰ ਰਹੀ ਹਾਂ ਤੇ ਬਾਏ ਕਰਾਂਗੀ ਤੇ ਲੌਂਗ ਟਰਮ ਨੂੰ ਲੈ ਕੇ ਕਰਾਂਗੀ। ਮੈਨੂੰ ਪਤਾ ਮੈਂ ਓਵਰਨਾਈਟ ਇਹਦੇ ਵਿੱਚ ਰਿਚ ਨਹੀਂ ਹੋਣਾ, ਪਰ ਮੈਨੂੰ ਇਹ ਪਤਾ ਕਿ ਮੈਂ ਇਨਵੈਸਟ ਕਰਦੀ ਹਾਂ ਤਾਂ ਮੇਰੀ ਸੇਫ ਇਨਵੈਸਟਮੈਂਟ ਹੈ ਬਿਕੋਜ਼ ਮੈਨੂੰ ਇਹਦਾ ਫਿਊਚਰ ਦਿਖ ਰਿਹਾ ਹੈ। ਮੈਨੂੰ ਦਿਖ ਰਿਹਾ ਦਾ ਬਿਜ਼ਨਸ ਕਿਸ ਤਰੀਕੇ ਨਾਲ ਵੱਧ ਰਿਹਾ ਹੈ। ਮੈਨੂੰ ਇਹ ਵੀ ਦਿਖ ਰਿਹਾ ਕਿ 1 ਸਾਲ ਦੇ ਵਿੱਚ ਹੀ ਇਸਨੇ ਕਿੰਨੀ ਇੰਪਰੂਵਮੈਂਟ ਕੀਤੀ ਹੈ, ਵੈਦਰ ਇਟ ਕਮਸ ਟੂ ਨੈਟ ਪ੍ਰੋਫਿਟ ਔਰ ਫ੍ਰੀ ਕੈਸ਼ ਫਲੋ ਔਰ ਬਿਜ਼ਨਸ ਵਾਈਜ਼ ਕੁਛ ਵੀ ਦੇਖਾਂ ਤਾਂ ਮੈਨੂੰ ਦਿਖ ਰਿਹਾ ਹੈ ਕਿ ਇਹਦਾ ਹਰ ਐਂਗਲ ਤੋਂ ਗਰੋਥ ਹੋ ਰਹੀ ਹੈ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਇਹ ਸੋਚਾਂਗੀ ਕਿ ਲੌਂਗ ਟਰਮ ਇਨਵੈਸਟਮੈਂਟ ਦੇ ਲਈ ਇਟਸ ਰੀਅਲੀ ਗੁੱਡ ਸਟਾਕ ਹੈ। ਅਤੇ ਇਹਦੇ ਵਿੱਚ ਸਿਰਫ ਆਪਾਂ ਧਿਆਨ ਰੱਖਣਾ ਹੈ ਕਿ ਚਾਹੇ ਹੁਣ ਇਸ ਟਾਈਮ ਵੀ ਆਪਾਂ ਬਾਏ ਕਰ ਸਕਦੇ ਹਾਂ ਬਟ ਜਿਵੇਂ ਮੈਂ ਪਹਿਲੇ ਬੋਲਿਆ ਮੈਕਰੋ ਇਨਵਾਇਰਨਮੈਂਟ ਨੂੰ ਧਿਆਨ 'ਚ ਰੱਖਣਾ ਹੈ ਬਿਕੋਜ਼ ਇਹ ਉਸ 'ਤੇ ਕੋਈ ਪ੍ਰੋਟੈਕਟਡ ਨਹੀਂ ਹੈ ਕਿ ਇਹਨੂੰ ਸਪੈਸ਼ਲ ਕੋਈ ਕਵਰ ਨਹੀਂ ਲੱਗਿਆ ਹੋਇਆ, ਸ਼ੀਲਡ ਨਹੀਂ ਲੱਗੀ ਹੋਈ ਕਿ ਅਗਰ ਮੈਕਰੋ ਇਨਵਾਇਰਨਮੈਂਟ 'ਚ ਕੁਛ ਹੁੰਦਾ ਕਿਤੇ ਵਾਰ ਲੱਗਦੀ ਹੈ ਇਸ ਨੂੰ ਕੁਛ ਨਹੀਂ ਹੋਏਗਾ। ਇਹ ਵੀ ਬਾਜ਼ਾਰ ਦੇ ਨਾਲ ਹੀ ਚੱਲ ਰਿਹਾ ਹੈ, ਜਿਵੇਂ ਓਵਰਆਲ ਪ੍ਰੋਬਲਮਸ ਆਉਂਦੀਆਂ ਹਨ ਬਾਕੀ ਕੰਪਨੀਜ਼ ਨੂੰ ਮੈਕਰੋ ਇਨਵਾਇਰਨਮੈਂਟ ਦੇ ਨਾਲ, ਕਿਤੇ ਵਾਰ ਲੱਗਣ ਦੇ ਨਾਲ, ਕਿਤੇ ਕੋਈ ਵੱਡਾ ਡਿਸੀਜ਼ਨ ਆਉਂਦਾ ਹੈ ਸੈਂਟਰਲ ਗਵਰਨਮੈਂਟ ਤੋਂ ਜਾਂ ਕੁਛ ਵੀ ਉਸ ਦੇ ਨਾਲ ਇਫੈਕਟ ਹੁੰਦਾ ਹੈ, ਭਾਵੇਂ ਇੰਟਰਸਟ ਰੇਟ ਵੱਧਦੇ ਹਨ, ਭਾਵੇਂ ਕੁਛ ਹੁੰਦਾ ਹੈ ਤਾਂ ਇਸ ਸਟਾਕ ਨੂੰ ਅਸਰ ਪੈਂਦਾ ਹੈ। ਬਟ ਉਹ ਮੈਨੂੰ ਐਂਟਰੀ ਪੁਆਇੰਟਸ ਲੱਗਦੇ ਹਨ। ਜਦੋਂ ਵੀ ਇੱਦਾਂ ਹੁੰਦਾ ਮੈਨੂੰ ਲੱਗਦਾ ਹੈ ਕਿ ਆਪਾਂ ਹੁਣ ਅਗਰ ਸਟਾਕ ਨੀਚੇ ਚਲਾ ਗਿਆ ਮੈਨੂੰ ਲੱਗਦਾ ਹੈ ਕਿ ਮੈਂ ਬਾਏ ਕਰ ਸਕਦੀ ਹਾਂ ਬਿਕੋਜ਼ ਮੈਨੂੰ ਇੰਨਾ ਪਤਾ ਹੈ ਕਿ ਅਗਰ ਨੀਚੇ ਵੀ ਜਾਂਦਾ ਹੈ ਤਾਂ ਇਹ ਨਹੀਂ ਕਿ ਬਿਲਕੁਲ ਖਤਮ ਹੋ ਜਾਏਗਾ, ਵਾਪਸ ਆਏਗਾ ਬਿਕੋਜ਼ ਇਹਦੇ ਫੰਡਾਮੈਂਟਲਸ ਤੇ ਅੱਛੇ ਹਨ, ਨਾਲ ਦੀ ਨਾਲ ਇਹਦਾ ਬਿਜ਼ਨਸ ਵੀ ਗਰੋ ਕਰ ਰਿਹਾ ਹੈ। ਮੈਂ ਥੋੜ੍ਹਾ ਜਿਹਾ ਇੱਕ ਚਾਰਟ ਪਾਇਆ ਹੈ, ਕੰਪੈਰੀਜ਼ਨ ਕੀਤਾ ਹੋਇਆ ਇਹਨਾਂ ਨੇ ਕਿ ਜਦੋਂ ਕੈਸ਼ ਫਲੋ ਸੀਗਾ ਸਟੇਬਲ ਸੀ, ਫਿਰ ਬਿਲਕੁਲ ਕੈਸ਼ ਫਲੋ ਨਹੀਂ ਸੀਗਾ। ਜਿੱਥੇ ਤੁਸੀਂ ਉੱਪਰ ਵਾਲੇ ਚਾਰਟ ਤੁਸੀਂ ਦੇਖੋ ਇੱਥੇ ਗੈਪ ਦਿਖਾ ਰਿਹਾ ਕੈਸ਼ ਫਲੋ ਦੇ ਵਿੱਚ ਬਿਕੋਜ਼ ਉਸ ਟਾਈਮ ਇਹ ਕੈਸ਼ ਬਰਨ ਕਰ ਰਿਹਾ ਸੀ। ਮੀਨਸ ਜਦੋਂ ਕੰਪਨੀ ਇੰਪਰੂਵਮੈਂਟ ਕਰਦੀ ਹੈ, ਕਿਤੇ ਪੈਸਾ ਸਪੈਂਡ ਕਰਦੀ ਹੈ, ਜਿਵੇਂ ਕਲਾਊਡ ਸਰਵਿਸਿਜ਼ 'ਤੇ ਪੈਸਾ ਸਪੈਂਡ ਕਰ ਰਹੀ ਸੀ ਜਾਂ ਕੁਛ ਹੋਰ ਵੀ ਕਹਿ ਲਓ ਮੇਨਟੇਨ ਕਰਦੇ ਹਨ, ਕੋਈ ਇੰਪਰੂਵਮੈਂਟਸ ਕਰਦੇ ਹਨ ਆਪਣੇ ਬਿਜ਼ਨਸ ਦੇ ਵਿੱਚ, ਕੈਸ਼ ਬਰਨ ਹੁੰਦਾ। ਆਪਾਂ ਨੂੰ ਕੈਸ਼ ਬਰਨ ਕਰਨੇ ਹਾਂ ਬਿਜ਼ਨਸ ਦੀ ਭਾਸ਼ਾ ਦੇ ਵਿੱਚ ਕਿ ਜਦੋਂ ਕੋਈ ਕੰਪਨੀ ਆਪਣੇ ਬਿਜ਼ਨਸ ਨੂੰ ਇੰਪਰੂਵ ਕਰਨ ਲਈ, ਬਿਜ਼ਨਸ ਮਾਡਲਸ ਨੂੰ ਇੰਪਰੂਵ ਕਰਨ ਲਈ, ਨਵੀਆਂ ਸਰਵਿਸਿਜ਼ ਲਿਆਉਣ ਦੇ ਲਈ ਪੈਸਾ ਖਰਚ ਕਰਦੀ ਹੈ, ਉਹ ਪੈਸੇ ਨੂੰ ਬਚਾਉਂਦੀ ਨਹੀਂ ਹੈ, ਕੈਸ਼ ਉਹਦੇ ਕੋਲ ਨਹੀਂ ਰਹਿੰਦਾ, ਉੱਥੇ ਉਹ ਕੈਸ਼ ਬਰਨ ਕਰਨਾ ਬੋਲਦੇ ਹਾਂ। ਸੋ ਇੱਥੇ ਕਿਹਨੇ ਕੈਸ਼ ਬਰਨ ਕੀਤਾ ਸੀ ਜਿਹੜਾ ਕਿ ਬਾਈ ਦੇ ਵਿੱਚ ਦੀ ਗੱਲ ਕਰਦੇ ਹਾਂ। ਆਪਾਂ ਵੀਡੀਓ ਨੂੰ ਇੱਥੇ ਹੀ ਰੈਪ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਸਨੇ ਕੈਸ਼ ਬਰਨ ਕਰਦੇ ਪੋਜ਼ਿਟਿਵ ਫ੍ਰੀ ਕੈਸ਼ ਫਲੋ ਪ੍ਰੋਵਾਈਡ ਕੀਤਾ ਅਤੇ ਨਾਲ ਹੀ ਹੋਰ ਬਿਜ਼ਨਸ ਡੀਲਸ ਨੂੰ ਵੀ ਕੈਪਚਰ ਕੀਤਾ, ਉਹਨਾਂ ਨਾਲ ਡੀਲਸ ਫਾਈਨਲ ਕੀਤੀਆਂ ਮੈਟਾ ਦੇ ਨਾਲ, ਸਨੈਪਚੈਟ ਦੇ ਨਾਲ। ਅਤੇ ਇਹਦੀ ਕੋਸ਼ਿਸ਼ ਹੈ ਹੋਰ ਬਿਜ਼ਨਸ ਜੋ ਕਲਾਊਡ ਦਾ ਉਸ ਨੂੰ ਵਧਾਉਣ ਦਾ, ਹੋਰ ਬਿਜ਼ਨਸਿਸ ਨੂੰ ਆਪਣੇ ਕਲਾਊਡ ਸਰਵਿਸਿਜ਼ ਪ੍ਰੋਵਾਈਡ ਕਰਵਾਉਣੀਆਂ ਅਤੇ ਉਹਨਾਂ ਨੂੰ ਇੰਪ੍ਰੈਸ ਕਰਨਾ ਕਿ ਵੀ ਹਾਂ ਉਹ ਸਰਵਿਸਿਜ਼ ਅਗਰ ਯੂਜ਼ ਕਰਦੇ ਹਨ ਤਾਂ ਉਹਨਾਂ ਲਈ ਫਾਇਦੇ ਲਈ ਰਹਿਣਗੀਆਂ। ਅਤੇ ਉਹ ਬਾਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵੀ ਇਹ ਕਾਫੀ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ ਆਪਣੇ ਇੰਪਰੂਵਮੈਂਟਸ ਕਰ ਰਿਹਾ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵੀ ਇਨਕਲੂਡ ਕੀਤਾ ਹੈ ਇਸਨੇ ਆਪਣੇ ਬਿਜ਼ਨਸ ਮਾਡਲ ਦੇ ਵਿੱਚ। ਸੋ ਇਸ ਤੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਸਟਾਕ ਕਰ ਰਿਹਾ ਹੈ। ਸੋ ਆਈ ਵੁੱਡ ਸੇ ਥੈਂਕ ਯੂ ਸੋ ਮਚ ਐਂਡ ਆਈਲ ਸੀ ਯੂ ਇਨ ਦਾ ਨੈਕਸਟ ਵਨ। ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।